ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਭੈ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ। ਅਸਥਿਰ ਭੈ ਲਾਗ ਹਰ ਚਰਣੀ, ਗੋਬਿੰਦ ਕੇ ਗੁਣ ਗਾਏ। ਭਲੋ ਸਮੂਰਤ ਪੂਰਾ, ਸ਼ਾਂਤ ਸਹਿਜ ਆਨੰਦ ਨਾਮ ਜਪ। ਵਾਜੇ ਅਨਹਦ ਤੂਰਾ, ਰਹਾਉ। ਮਿਲੇ ਸੁਆਮੀ ਪ੍ਰੀਤਮ ਆਪਣੇ, ਘਰ ਮੰਦਰ ਸੁਖਦਾਈ। ਹਰ ਨਾਮ ਨਿਦਾਨ ਨਾਨਕ ਜਨ ਪਾਇਆ, ਸਗਲੀ ਇੱਛ ਪੁਜਾਈ। ਮਿਲੇ ਸੁਆਮੀ ਪ੍ਰੀਤਮ ਆਪਣੇ, ਘਰ ਮੰਦਰ ਸੁਖਦਾਈ। ਹਰ ਨਾਮ ਨਿਦਾਨ ਨਾਨਕ ਜਨ ਪਾਇਆ, ਸਗਲੀ ਇੱਛ ਪੁਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਹਨ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 618 ਤੇ ਸੁਸ਼ੋਭਿਤ ਹੈ। ਸੋਰਠ ਰਾਗਣੀ ਦੇ ਵਿੱਚ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਸੋ ਆਓ ਆਪਾਂ ਸਰਵਣ ਕਰੀਏ ਜੀ। ਭੈ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ। ਗੁਰ ਗੋਬਿੰਦਾ, ਗੁਰ ਪਾਰ ਬ੍ਰਹਮ ਪਰਮੇਸ਼ਰ, ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਦੋਂ ਗੁਰੂ ਸਾਹਿਬ ਜੀ ਦੀ ਮਿਹਰ ਕਿਰਪਾ ਹੋਈ, ਬਖਸ਼ਿਸ਼ ਕੀਤੀ ਸਤਿਗੁਰਾਂ ਨੇ, ਅਤੇ ਸਾਰੇ ਜੋ ਮਨ ਦੇ ਮਨੋਰਥ ਸੀ, ਮਨ ਦੀਆਂ ਇੱਛਾਵਾਂ ਸੀ, ਉਹ ਪਾ ਲਈਆਂ। ਮਨ ਦੀਆਂ ਇੱਛਾ ਪੂਰਨ ਹੋ ਗਈਆਂ। ਗੁਰੂ ਕਦੋਂ ਕਿਰਪਾ ਕਰਦਾ ਹੈ? ਸੋ ਜਦੋਂ ਗੁਰੂ ਦੀ ਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਉਦੋਂ ਗੁਰੂ ਕਿਰਪਾ ਕਰਦਾ ਹੈ। ਜੇ ਗੁਰੂ ਦੀ ਬਾਣੀ ਨੂੰ ਪੜ੍ਹਦੇ ਸੁਣਦੇ ਵਿਚਾਰਦੇ ਨਹੀਂ, ਫਿਰ ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ। ਗੁਰੂ ਨੂੰ ਆਪਾਂ ਰਾਜਿਆਂ ਦਾ ਰਾਜਾ ਮੰਨਦੇ ਹਾਂ, ਪਾਰ ਬ੍ਰਹਮ ਪਰਮੇਸ਼ਰ ਮੰਨਦੇ ਹਾਂ। ਸਧਾਰਨ ਜਿਹੜਾ ਸੰਸਾਰ ਦਾ ਇੱਕ ਰਾਜਾ ਹੁੰਦਾ, ਉਹਦੀ ਕੋਈ ਗੱਲ ਸੁਣਨ ਨੂੰ ਤਿਆਰ ਨਾ ਹੋਵੇ, ਅਤੇ ਫਿਰ ਉਹ ਕਿਵੇਂ ਕਿਸੇ 'ਤੇ ਪ੍ਰਸੰਨ ਹੋ ਕੇ ਅਤੇ ਕੁਝ ਦੇ ਸਕਦਾ? ਨਹੀਂ ਦੇ ਸਕਦਾ। ਘਰ ਦਾ ਮੁਖੀਆ ਆ, ਜੇ ਉਹਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ, ਉਹ ਕਿਵੇਂ ਪ੍ਰਸੰਨ ਹੋਵੇਗਾ? ਪ੍ਰਸੰਨ ਹੀ ਨਹੀਂ ਹੋ ਸਕਦਾ। ਸੋ ਜੇ ਗੁਰੂ ਨੂੰ ਅਸੀਂ ਰਾਜਿਆਂ ਦਾ ਰਾਜਾ ਮੰਨਦੇ ਹਾਂ, ਪਾਰ ਬ੍ਰਹਮ ਪਰਮੇਸ਼ਰ ਮੰਨਦੇ ਹਾਂ,
ਤੇ ਫਿਰ ਇਹ ਜ਼ਰੂਰੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੋ ਕਹਿ ਰਹੇ ਨੇ ਉਹਨੂੰ ਸੁਣੀਏ ਅਤੇ ਸਮਝੀਏ ਕੀ ਕਹਿ ਰਹੇ ਨੇ। ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਬਚਨਾਂ ਨੂੰ ਲੈ ਕੇ ਆਉਣਾ ਉਹ ਬਾਅਦ ਦੀਆਂ ਗੱਲਾਂ ਹੈ। ਪਹਿਲਾਂ ਸੁਣਨਾ ਸਮਝਣਾ ਇਹ ਬੜਾ ਜ਼ਰੂਰੀ ਹੁੰਦਾ। ਪੜ੍ਹ ਕੇ ਵੀ ਸੁਣਨਾ ਹੁੰਦਾ। ਜੇ ਪੜ੍ਹ ਕੇ ਛੱਡ ਦਿੱਤਾ ਉਹਦਾ ਨਹੀਂ ਕੋਈ ਅਸਰ ਹੋਣਾ। ਪੜ੍ਹ ਕੇ ਸੁਣਨਾ, ਪੜ੍ਹਨੇ ਵਾਲਾ ਵੀ ਸੁਣੇ। ਪੜ੍ਹ ਕੇ ਦੂਜਿਆਂ ਨੂੰ ਥੋੜ੍ਹੀ ਸੁਣਾਉਣਾ ਹੁੰਦਾ। ਸੋ ਪੜ੍ਹਦੇ ਹਾਂ ਤਾਂ ਸਾਨੂੰ ਰੱਬ ਨੇ ਜੇ ਜ਼ੁਬਾਨ ਦਿੱਤੀ, ਕੰਨ ਵੀ ਤਾਂ ਦਿੱਤੇ ਹੋਏ ਨੇ ਨਾ ਮਹਾਰਾਜ ਨੇ, ਕੰਨ ਵੀ ਦਿੱਤੇ ਹੋਏ ਨੇ। ਸੋ ਜਦੋਂ ਅਸੀਂ ਸਧਾਰਨ ਵੀ ਕੋਈ ਕਿਸੇ ਦੇ ਨਾਲ ਗੱਲ ਕਰਦੇ ਹਾਂ, ਅਸੀਂ ਆਪਣੀ ਕਹੀ ਹੋਈ ਗੱਲ ਨੂੰ ਖੁਦ ਸੁਣਦੇ ਹਾਂ। ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਆਹ ਗੱਲ ਕਹੀ ਸੀ। ਇਹਦਾ ਮਤਲਬ ਅਸੀਂ ਆਪਣੀ ਕਹੀ ਹੋਈ ਗੱਲ ਨੂੰ ਖੁਦ ਸੁਣਦੇ ਹਾਂ। ਫਿਰ ਗੁਰੂ ਦੀ ਬਾਣੀ ਜਿਹੜੀ ਹੈ ਇਹਨੂੰ ਪੜ੍ਹ ਕੇ ਖੁਦ ਕਿਉਂ ਨਹੀਂ ਸੁਣਦੇ? ਜ਼ਰੂਰੀ ਹੈ। ਹੁਣ ਜਿਹੜਾ ਪੜ੍ਹਦਾ ਆ, ਖੁਦ ਸੁਣਦਾ ਆ, ਸੁਣ ਕੇ ਵਿਚਾਰਦਾ ਆ, ਮਹਾਰਾਜ ਸੱਚੇ ਪਾਤਸ਼ਾਹ ਉਹਦੇ 'ਤੇ ਕਿਰਪਾ ਕਰਦੇ ਆ। ਫਿਰ ਸਗਲ ਮਨੋਰਥ ਪਾਏ, ਭਾਵ ਮਨ ਦੀਆਂ ਜਿੰਨੀਆਂ ਇੱਛਾਵਾਂ ਨੇ ਸਾਰੀਆਂ ਉਹ ਪੂਰੀਆਂ ਕਰਦਾ, ਪਾ ਲੈਂਦਾ। ਮਨ ਇੱਛਤ ਫਲ ਪਾ ਲੈਂਦਾ। ਮਨ ਦੀਆਂ ਇੱਛਾਵਾਂ ਗੁਰੂ ਕਿੱਦਾਂ ਪੂਰੀਆਂ ਕਰਦਾ ਇਹ ਗੁਰੂ ਨੂੰ ਪਤਾ ਹੈ। ਇਹ ਗੁਰੂ ਨੂੰ ਪਤਾ ਕਿੱਦਾਂ ਉਹ ਮਨ ਦੀਆਂ ਇੱਛਾ ਨੂੰ ਪੂਰੀਆਂ ਕਰਦਾ ਹੈ। ਇਹ ਨਹੀਂ ਜਾਣ ਸਕਦਾ। ਇਹਦੇ ਸਮਝ ਤੋਂ ਇਹ ਬਾਹਰੀਆਂ ਗੱਲਾਂ ਨੇ। ਅਗਰ ਇਹ ਸਮਝ ਸਕਦਾ ਹੁੰਦਾ ਤਾਂ ਆਪ ਨਾ ਕਰ ਲੈਂਦਾ। ਆਪ ਕਰ ਸਕਦਾ ਸੀਗਾ। ਜਿਹੜੀ ਗੱਲ ਦੀ ਇਹਨੂੰ ਸਮਝ ਪੈਂਦੀ ਹੈ ਉਹਨੂੰ ਖੁਦ ਕਰਦਾ, ਬੜੇ ਕੌਨਫੀਡੈਂਸ ਨਾਲ ਕਰਦਾ। ਔਰ ਜਿਹੜੀ ਗੱਲ ਦੀ ਸਮਝ ਵੀ ਨਹੀਂ ਉਹਨੂੰ ਪ੍ਰੈਕਟੀਕਲ 'ਚ ਕਰ ਲੈਂਦਾ। ਚਲ ਦੇਖ ਲੈਂਦੇ ਕਰਕੇ ਕਹਿਣਾ ਇੱਦਾਂ ਕਰਦਾ। ਇਨਸਾਨ ਦਾ ਇਹ ਕੰਮ ਹੈ ਵੀ ਪ੍ਰੈਕਟੀਕਲ 'ਚ ਬੜੇ ਕੰਮ ਕਰਦਾ। ਚੱਲ ਕੋਈ ਨਹੀਂ ਵੇਖ ਲੈਂਦੇ, ਦੇਖ ਲੈਂਦੇ ਕਰਕੇ। ਹੁਣ ਜਿਹੜਾ ਪ੍ਰੈਕਟੀਕਲ ਵੀ ਨਹੀਂ ਕਰ ਸਕਦੇ, ਖੁਦ ਨਹੀਂ ਕਰ ਸਕਦੇ, ਜਦ ਮਨ ਦਾ ਵਜੂਦ ਹੀ ਨਹੀਂ ਸਾਨੂੰ ਪਤਾ ਤਾਂ ਉੱਥੇ ਪ੍ਰੈਕਟੀਕਲ ਵੀ ਕੀ ਕਰਨਾ ਹੈ। ਫਿਰ ਗੁਰੂ ਦੇ ਪ੍ਰਾਇਣ ਹੀ ਹੋਈਦਾ ਹੁੰਦਾ। ਗੁਰੂ ਕਰੇ ਅਤੇ ਗੁਰੂ ਫਿਰ ਮਹਾਰਾਜ ਸਤਿਗੁਰੂ ਜੀ ਕਹਿੰਦੇ ਜੇ ਤੇ ਸਤਿਗੁਰੂ ਕਿਰਪਾ ਕਰਦੇ ਨੇ ਅਤੇ ਉਹਦੀਆਂ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਗੁਰੂ ਦੀ ਕਿਰਪਾ ਲੈਣੀ ਹੈ ਅਤੇ ਬਾਣੀ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ ਜ਼ਰੂਰੀ ਹੈ। ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਅੱਗੇ ਮਹਾਰਾਜ ਕਹਿੰਦੇ ਨੇ ਅਸਥਿਰ ਭਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ। ਮਨ ਦਾ ਟਿਕਾ ਬਣ ਜਾਣਾ, ਮਨ ਅਡੋਲ ਹੋ ਜਾਣਾ, ਇਹ ਨਹੀਂ ਹੋ ਰਿਹਾ। ਇਹ ਨਹੀਂ ਹੋ ਰਿਹਾ। ਸੰਸਾਰਕ ਕੰਮਾਂ ਕਾਰਾਂ ਵਿੱਚ ਵੀ ਬੰਦੇ ਦੇ ਮਨ ਦਾ ਟਿਕਾ ਨਹੀਂ ਹੈ। ਟਿਕੇ ਹੋਏ ਮਨ ਦੇ ਨਾਲ ਇਹ ਸੰਸਾਰਕ ਕੋਈ ਧੰਦਾ ਕਰਦਾ ਹੋਵੇ ਹੋ ਹੀ ਨਹੀਂ ਸਕਦਾ। ਦੁਚਿੱਤੀ ਵਿੱਚ ਸਾਰੇ ਕੰਮ ਕਰਦਾ। ਸਾਰੇ ਕੰਮ ਇਹਦੇ ਦੁਚਿੱਤੀ ਵਿੱਚ ਹੁੰਦੇ ਨੇ। ਮਨ ਨਹੀਂ ਟਿਕਿਆ ਹੋਇਆ ਹੁੰਦਾ। ਪਰਮਾਰਥ ਦੇ ਵਿੱਚ ਵੀ ਹੈ। ਬਾਣੀ ਪੜ੍ਹਦਾ, ਬੰਦਗੀ ਕਰਦਾ, ਕੋਈ ਰਾਮ ਰਾਮ ਕਰਦਾ, ਅੱਲਾ ਅੱਲਾ ਕਰਦਾ, ਵਾਹਿਗੁਰੂ ਵਾਹਿਗੁਰੂ ਕਹਿੰਦਾ, ਮਨ ਨਹੀਂ ਟਿਕਦਾ। ਮਨ ਦੁਚਿੱਤੀ ਦੇ ਵਿੱਚ ਹੈ। ਹੁਣ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਮਨ ਦਾ ਟਿਕਾ ਹੁੰਦਾ ਹੈ। ਸੰਸਾਰ ਵਿੱਚ ਵੀ ਹੁੰਦਾ, ਪਰਮਾਰਥ ਵਿੱਚ ਵੀ ਹੁੰਦਾ ਹੈ। ਔਰ ਜਦੋਂ ਮਨ ਦਾ ਟਿਕਾ ਬਣਦਾ ਸਫਲਤਾ ਫੇਰ ਮਿਲਦੀ ਹੈ। ਜੇ ਸੰਸਾਰ ਵਿੱਚ ਵੀ ਜਿਹੜੇ ਸਫਲ ਹੋਏ ਨੇ ਉਹਨਾਂ ਦੇ ਮਨ ਦਾ ਟਿਕਾ ਬਣਿਆ। ਕੋਈ ਖਿਡਾਰੀ ਹੈ, ਟਿਕੇ ਹੋਏ ਮਨ ਦੇ ਨਾਲ ਪ੍ਰੈਕਟਿਸ ਕਰਦਾ, ਸਕਸੈਸ ਹੁੰਦਾ ਹੈ। ਕੋਈ ਵੀ ਖੇਡ ਹੈ। ਵਪਾਰੀ ਹੈ, ਟਿਕੇ ਹੋਏ ਮਨ ਦੇ ਨਾਲ ਜਦੋਂ ਵਣਜ ਕਰਦਾ ਉਹ ਸਫਲ ਹੁੰਦਾ ਹੈ। ਵਿਦਿਆਰਥੀ ਹੈ, ਮਨ ਨੂੰ ਟਿਕਾ ਕੇ ਜਦੋਂ ਮਿਹਨਤ ਕਰਦਾ ਉਹ ਸਫਲ ਹੁੰਦਾ ਹੈ। ਸੋ ਕੋਈ ਵੀ ਕਾਰਜ ਲੈ ਲਓ ਸੰਸਾਰ ਦੇ ਵਿੱਚ, ਜੇ ਮਨ ਹੀ ਡੱਕੇ ਡੋਲੇ ਖਾਂਦਾ ਰਹੇਗਾ ਤਾਂ ਨਹੀਂ ਸਫਲ ਹੋ ਸਕਦਾ। ਸੂਰਮਾ ਯੁੱਧ ਦੇ ਮੈਦਾਨ ਦੇ ਵਿੱਚ ਹੈ, ਸੋ ਉਹਨੂੰ ਮਨ ਨੂੰ ਟਿਕਾ ਕੇ ਯੁੱਧ ਦੇ ਮੈਦਾਨ ਵਿੱਚ ਰੱਖਣਾ ਪੈਂਦਾ, ਫਿਰ ਸਫਲ ਹੁੰਦਾ ਹੈ। ਸ਼ਹਾਦਤ ਹੋ ਜਾਣੀ ਇਹ ਸਫਲਤਾ ਤੋਂ ਵੀ ਅੱਗੇ ਦੀ ਬਾਤ ਹੈ, ਜਿਹੜੀ ਸ਼ਹਾਦਤ ਹੋ ਜਾਣੀ। ਅਤੇ ਟਿਕੇ ਹੋਏ ਮਨ ਵਾਲਾ ਹੀ ਸ਼ਹਾਦਤ ਦੇ ਸਕਦਾ ਹੈ। ਜਿਹਦਾ ਮਨ ਨਹੀਂ ਟਿਕਿਆ ਉਹ ਤਾਂ ਕਾਇਰ ਬਣ ਜਾਂਦਾ, ਉਹ ਤਾਂ ਭੱਜ ਜਾਂਦਾ ਯੁੱਧ ਦਾ ਮੈਦਾਨ ਛੱਡ ਕੇ। ਆਹ ਸੰਸਾਰ ਦੇ ਵਿੱਚ ਵੀ ਉਹ ਹਸਤੀਆਂ ਸਕਸੈਸ ਹੋਈਆਂ ਜਿਨ੍ਹਾਂ ਦੇ ਮਨ ਦਾ ਟਿਕਾ ਬਣਿਆ। ਅਤੇ ਪਰਮਾਰਥ ਦੀ ਦੁਨੀਆ ਵਿੱਚ ਤਾਂ ਖੇਡ ਹੀ ਸਾਰੀ ਮਨ ਦੀ ਹੈ।
ਸੋ ਮਨ ਟਿਕੂਗਾ ਤਾਂ ਕੋਈ ਗੱਲ ਬਣਨੀ, ਮਨ ਨਹੀਂ ਟਿਕਿਆ ਕੋਈ ਗੱਲ ਨਹੀਂ, ਕੁਝ ਵੀ ਨਹੀਂ ਬਣੇਗਾ, ਕੁਛ ਵੀ ਨਹੀਂ ਬਣਨਾ ਪਿਤਾ। ਇਹ ਤਦੇ ਭਗਤਾਂ ਨੇ ਕਹਿਤਾ ਕਿਆ ਪੜ੍ਹੀਐ ਕਿਆ ਗੁਨੀਐ ਕਿਆ ਭੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ। ਸਹਿਜ ਕਿਹਨੂੰ ਕਿਹਾ? ਟਿਕਾ ਨੂੰ ਕਿਹਾ। ਜੋ ਸਹਿਜ ਨਾ ਮਿਲੇ ਉਸ ਹੋਈ। ਟਿਕਾ ਨੂੰ ਕਹਿੰਦੇ ਤਾਂ ਸਹਿਜ ਦਾ ਮਤਲਬ ਹੁੰਦਾ ਸਹਿਜ ਟਿਕਾ। ਜੇ ਪੜ੍ਹ ਕੇ ਸੁਣ ਕੇ ਵਿਚਾਰ ਕੇ ਤੈਨੂੰ ਸਹਿਜ ਹੀ ਅਜੇ ਤਾਈਂ ਪ੍ਰਾਪਤ ਨਹੀਂ ਹੋਈ ਤਾਂ ਫਾਇਦਾ ਕੀ ਹੋਇਆ? ਸੋ ਤੂੰ ਮਿਲਣਾ ਰੱਬ ਨੂੰ ਹੈ, ਚੱਲਿਆ ਪਰਮਾਰਥ ਦੇ ਰਾਸਤੇ ਆ। ਜਾਂ ਤਾਂ ਇੱਕ ਤਾਂ ਉਹ ਹੁੰਦੇ ਨੇ ਜਿਹੜੇ ਜਪ ਕਰਦੇ ਨੇ ਧੀ ਪੁੱਤ ਦੀ ਪ੍ਰਾਪਤੀ, ਧਨ ਦੌਲਤ ਦੀ ਪ੍ਰਾਪਤੀ, ਕਾਰੋਬਾਰ ਦੀ ਪ੍ਰਾਪਤੀ, ਉਹਨਾਂ ਦੀ ਗੱਲ ਨਹੀਂ। ਜਿਹੜੇ ਕਹਿੰਦੇ ਮਿਲਣਾ ਹੈ ਰੱਬ ਨੂੰ ਤੇ ਮਨ ਦਾ ਟਿਕਾ ਨਹੀਂ, ਸਹਿਜ ਅਜੇ ਤਾਂ ਆਇਆ ਨਹੀਂ। ਗੱਲਾਂ ਰੱਬ ਦੀਆਂ ਕਰਦੇ ਮਹਾਰਾਜ ਪਾਤਸ਼ਾਹ ਕਹਿੰਦੇ ਕਿਵੇਂ ਹੋ ਸਕਦਾ? ਇਸ ਕਰਕੇ ਪਾਤਸ਼ਾਹ ਕਹਿੰਦੇ ਮਨ ਦਾ ਟਿਕਾ ਬੜਾ ਜ਼ਰੂਰੀ ਹੈ। ਇਹ ਉਦੋਂ ਹੁੰਦਾ ਜਦੋਂ ਇਹ ਲਾਗ ਹਰ ਚਰਣੀ, ਜਦੋਂ ਰੱਬ ਦੇ ਚਰਨਾਂ ਦੇ ਨਾਲ ਇਹ ਜੁੜਦਾ। ਰੱਬ ਦੇ ਚਰਨ ਦੀ ਜਦੋਂ ਗੱਲ ਆਉਂਦੀ ਉਹ ਫਿਰ ਸ਼ਬਦ ਨੂੰ ਮੰਨਿਆ। ਸ਼ਬਦ ਗੁਰ ਮੂਰਤ ਗੁਰ ਸ਼ਬਦ ਹੈ। ਜਿਹੜੀ ਮੂਰਤ ਹੈ, ਮੂਰਤ ਦਾ ਮੂੰਹ ਵੀ ਆ, ਹੱਥ ਵੀ ਆ, ਪੈਰ ਵੀ ਹੈ, ਅੱਖ ਨੱਕ ਕੰਨ ਸਭ ਕੁਛ ਆ, ਮੂਰਤ ਹੈ ਨਾ। ਸੋ ਗੁਰ ਮੂਰਤ ਗੁਰ ਸ਼ਬਦ ਹੈ, ਇਹਦਾ ਮਤਲਬ ਪੈਰ ਇਹੋ ਹੀ ਹੈ, ਸ਼ਬਦ ਹੀ ਪੈਰ ਨੇ। ਸੋ ਹਰ ਚਰਣੀ ਹਰੀ ਦੇ ਚਰਨ ਆ, ਗੁਰੂ ਕਾ ਸ਼ਬਦ ਤੇ ਗੋਬਿੰਦ ਕੇ ਗੁਣ ਗਾਏ। ਇਹ ਜਿਹੜੇ ਸ਼ਬਦ ਨੇ ਇਹੋ ਹੀ ਗੋਬਿੰਦ ਦੇ ਗੁਣ ਨੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਸਾਰੀ ਰੱਬ ਦੀ ਉਸਤਤੀ ਹੈ, ਗੋਬਿੰਦ ਦੇ ਗੁਣ ਹੀ ਇਹਦੇ ਵਿੱਚ ਗਾਏ ਹੋਏ ਨੇ। ਸੋ ਇੰਝ ਮਨ ਕਰਕੇ ਜਦੋਂ ਬਾਣੀ ਪੜ੍ਹਦਾ, ਉਚਾਰਦਾ, ਵਿਚਾਰਦਾ, ਉਹਨੂੰ ਕਹਿ ਸਕਦੇ ਵੀ ਇਹ ਵੀ ਚਰਣੀ ਲੱਗ ਗਿਆ। ਫਿਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮਨ ਦੀ ਸਥਿਰਤਾ ਬਣਦੀ, ਫਿਰ ਅਸਥਿਰ ਹੁੰਦਾ ਹੈ। ਭਲੋ ਸਮੂਰਤ ਪੂਰਾ, ਉਹਦਾ ਸਮੂਰਤ, ਮੂਰਤ ਸਫਲ ਹੁੰਦਾ ਸਮੇਂ ਨੂੰ ਕਿਹਾ ਜਾਂਦਾ। ਘੜੀ ਮੂਰਤ ਪਾਲੇ ਸਮੇਂ ਦੀ ਵੰਡ ਆ ਸਾਰੀ। ਸਮੂਰਤ ਤੋਂ ਭਾਵ ਉਹ ਸਮਾਂ। ਸੋ ਮੂਰਤ ਉਹ ਸ੍ਰੇਸ਼ਟ, ਉਹ ਭਲਾ, ਉਹ ਪੂਰਾ। ਸੋ ਉਹ ਸਮਾਂ ਦਾ ਪੂਰਾ, ਉਹ ਸ੍ਰੇਸ਼ਟ ਸਮਾਂ ਇਹਦਾ। ਸ਼ਾਂਤ ਸਹਿਜ ਆਨੰਦ ਨਾਮ ਜਪ, ਵਾਜੇ ਅਨਹਦ ਤੂਰਾ। ਉਹੀਓ ਦਾ ਸਮਾਂ ਸਫਲਾ ਹੈ, ਉਹੀਓ ਸਮਾਂ ਇਹਦਾ ਪੂਰਾ ਮੰਨਿਆ ਜਾਵੇਗਾ ਜਿਸ ਸਮੇਂ ਬਾਣੀ ਪੜ੍ਹ ਕੇ ਨਾਮ ਜਪ ਕੇ ਸੋ ਇਸ ਦੇ ਅੰਦਰ ਸ਼ਾਂਤੀ ਬਣੇ, ਇਹਦੇ ਮਨ ਦਾ ਟਿਕਾ ਬਣੇ, ਇਹਨੂੰ ਆਨੰਦ ਆਵੇ ਅਤੇ ਇਹਦੇ ਅੰਦਰ ਜਿਹੜਾ ਅਨਹਦ ਸ਼ਬਦ ਹੈ ਉਹ ਤੂਰ, ਜਿਹਨੂੰ ਤੂਰ ਵੀ ਆਖਿਆ, ਨੂੰ ਅਨਹਦ ਤੂਰਾ, ਅਨਹਦ ਸ਼ਬਦ ਨੂੰ ਹੀ ਤੂਰਾ ਆਖਿਆ, ਉਹ ਅਨਹਦ ਸ਼ਬਦ ਬਚ ਜਾਵੇ। ਉਹ ਸਮਾਂ ਜਿਹੜਾ ਆ ਇਹਦਾ ਸਫਲ ਮੰਨਿਆ ਜਾਂਦਾ। ਉਹ ਸਮਾਂ ਜਿਹੜਾ ਸਫਲ ਹੈ, ਇਹ ਕਿੱਦਾਂ ਸ਼ਾਂਤੀ ਸਹਿਜ ਆਨੰਦ ਕਿੱਦਾਂ ਹੁੰਦਾ? ਮਹਾਰਾਜ ਨੇ ਉਹ ਵੀ ਤਰੀਕਾ ਦੱਸਿਆ। ਕਹਿੰਦੇ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਜਿਨ੍ਹਾਂ ਦੇ ਅੰਦਰ ਸ਼ਾਂਤੀ ਦਾ ਰਸ ਪੈਦਾ ਹੁੰਦਾ, ਮਨ ਦਾ ਟਿਕਾ ਬਣਦਾ, ਉਹਨਾਂ ਦੇ ਸਾਰੇ ਦੁੱਖ ਆਪਣੇ ਆਪ ਹੀ ਪਲਾਇਣ ਹੁੰਦਾ, ਨੱਸ ਜਾਂਦੇ ਨੇ। ਇੱਕ ਇੱਕ ਦੁੱਖ ਵਾਸਤੇ ਸੋ ਉਹਨੂੰ ਕੁਝ ਕਰਨਾ ਨਹੀਂ ਪੈਂਦਾ, ਇਕੱਠੇ ਦੇ ਇਕੱਠੇ ਦੁੱਖ ਦੌੜਦੇ ਨੇ, ਨੱਠ ਜਾਂਦੇ ਨੇ। ਜਿੱਦਾਂ ਜਦੋਂ ਸੂਰਜ ਚੜ੍ਹਦਾ ਧਰਤੀ ਦੇ ਹਰ ਇੱਕ ਕੋਨੇ ਤੋਂ ਹਨੇਰਾ ਦੌੜ ਜਾਂਦਾ ਜੀ। ਇਹ ਨਹੀਂ ਵੀ ਸੂਰਜ ਨੂੰ ਇਕੱਲੇ ਇਕੱਲੇ ਜਗ੍ਹਾ 'ਤੇ ਜਾ ਕੇ ਹਨੇਰੇ ਨੂੰ ਭਜਾਉਣਾ ਪੈਂਦਾ। ਸੂਰਜ ਆਸਮਾਨ ਦੇ ਵਿੱਚ ਹੈ, ਹਨੇਰਾ ਧਰਤੀ 'ਤੇ ਪਸਰਿਆ ਹੋਇਆ। ਆਸਮਾਨ ਵਿੱਚ ਕਦੀ ਹਨੇਰਾ ਨਹੀਂ ਹੁੰਦਾ ਜੀ। ਜੇ ਆਸਮਾਨ 'ਚ ਹਨੇਰਾ ਹੋਵੇ ਤਾਂ ਰਾਤ ਨੂੰ ਸਾਨੂੰ ਆਸਮਾਨ ਨਾ ਦਿਸੇ, ਏਡੀ ਦੂਰ ਹਨੇਰੇ ਵਿੱਚ ਤਾਂ ਨੇੜੇ ਪਈ ਚੀਜ਼ ਨਹੀਂ ਲੱਭਦੀ ਹੈ। ਹਨੇਰੇ ਵਿੱਚ ਤਾਂ ਹੱਥ ਨੂੰ ਹੱਥ ਨਹੀਂ ਦਿਸਦਾ, ਨੇੜੇ ਨਹੀਂ ਚੀਜ਼ ਲੱਭਦੀ ਹੁੰਦੀ। ਇਹ ਤਾਂ ਮਤਲਬ ਆਸਮਾਨ 'ਚ ਕਦੀ ਹਨੇਰਾ ਹੁੰਦਾ ਹੀ ਨਹੀਂ। ਫਿਰ ਅੱਧੀ ਰਾਤ ਨੂੰ ਵੀ ਆਸਮਾਨ ਦਿਖਦਾ ਸਾਨੂੰ, ਅੱਧੀ ਰਾਤ ਨੂੰ ਐਡੀ ਦੂਰ ਜਿੱਥੇ ਤਾਈਂ ਕਿਸੇ ਦੀ ਪਹੁੰਚ ਹੀ ਨਹੀਂ ਹੈ ਉਹ ਸਾਨੂੰ ਦਿਖਦਾ ਪਿਆ, ਅਤੇ ਫਿਰ ਹਨੇਰਾ ਨਹੀਂ ਹੁੰਦਾ ਆਸਮਾਨ 'ਚ। ਹਨੇਰਾ ਧਰਤੀ 'ਤੇ ਹੁੰਦਾ ਹੈ।
ਜਦੋਂ ਸੂਰਜ ਆਸਮਾਨ ਵਿੱਚ ਚੜ੍ਹਿਆ ਤੇ ਧਰਤੀ 'ਚੋਂ ਹਨੇਰਾ ਆਪਣੇ ਆਪ ਭੱਜਦਾ, ਆਪਣੇ ਆਪ। ਇਹ ਨਹੀਂ ਵੀ ਸੂਰਜ ਇਕੱਲੇ ਇਕੱਲੇ ਧਰਤੀ ਦੇ ਕੋਨੇ ਕੋਨੇ ਜਾ ਕੇ ਹਨੇਰੇ ਨੂੰ ਭਜਾਉਂਦਾ ਹੋਵੇਗਾ, ਐਸਾ ਨਹੀਂ ਹੁੰਦਾ ਹੈ। ਜਦੋਂ ਗਿਆਨ ਦਾ ਸੂਰਜ ਚੜ੍ਹ ਜਾਂਦਾ ਹੈ, ਅਗਿਆਨਤਾ ਇਹਦਾ ਹਨੇਰਾ ਆਪਣੇ ਆਪ ਹੀ ਭੱਜ ਜਾਂਦਾ ਹੈ। ਸੋ ਫਿਰ ਇੱਦਾਂ ਥੋੜ੍ਹੀ ਵੀ ਹਾਂ ਵੀ ਇੱਕ ਪਾਸੇ ਗਿਆਨ ਹੋ ਗਿਆ ਅਤੇ ਹੁਣ ਦੂਜੇ ਪਾਸੇ ਗਿਆਨ ਨਾ। ਗਿਆਨ ਹੁੰਦਾ ਸਾਰੇ ਪਾਸੇ ਚਾਨਣ ਹੋ ਜਾਂਦਾ, ਸਾਰੇ ਪਾਸੇ। ਪਰਮਾਰਥ ਵਿੱਚ ਵੀ ਚਾਨਣਿਆ ਅਤੇ ਸੰਸਾਰ ਵਿੱਚ ਵੀ ਚਾਨਣ ਹੋ ਜਾਂਦਾ ਨਾ। ਕਿੱਦਾਂ ਗੁਰੂ ਦੇ ਨਾਲ ਸੰਬੰਧ ਬਣਾਉਣਾ, ਉਹਦਾ ਚਾਨਣ ਹੋ ਜਾਂਦਾ ਵੀ ਗੁਰੂ ਕਿੱਦਾਂ ਖੁਸ਼ ਹੁੰਦਾ ਹੈ। ਅਤੇ ਸੰਸਾਰ ਵਿੱਚ ਜੋ ਪਰਿਵਾਰ, ਰਿਸ਼ਤੇਦਾਰ, ਸਾਕ ਸੰਬੰਧੀ, ਇਹਨਾਂ ਦੇ ਨਾਲ ਕਿੱਦਾਂ ਮਿਲਣਾ ਵਰਤਣਾ, ਉਹ ਵੀ ਚਾਨਣ ਹੋ ਜਾਂਦਾ, ਪਤਾ ਲੱਗ ਜਾਂਦਾ। ਲੋਗਨ ਸਿਓ ਮੇਰਾ ਠਾਗਾ ਬਾਗਾ, ਤਦੇ ਕਿਉਂਕਿ ਵਿਹਾਰ ਹੀ ਹੈ, ਵਿਹਾਰ ਕਰੀ ਜਾਣਾ। ਫਿਰ ਜਿਹੜਾ ਚੇਤਿਆ ਮਾਨਿਆ ਉਹ ਫਿਰ ਗੁਰੂ ਦੇ ਨਾਲ ਲਾਉਣਾ, ਕਿਉਂਕਿ ਗਿਆਨ ਹੋ ਗਿਆ, ਚਾਨਣ ਹੋ ਗਿਆ ਵੀ ਜਿੱਧਰ ਚਿੱਤ ਲੱਗ ਗਿਆ ਉਹਦੇ ਦਾ ਹੀ ਰਾਜ ਹੋ ਜਾਣਾ। ਜਿਸ ਕਾ ਰਾਜ ਤਿਸੇ ਕਾ ਸੁਪਨਾ, ਜਿੱਧਰ ਚਿੱਤ ਲੱਗ ਗਿਆ ਰਾਜ ਉਹਦੇ ਹੋ ਜਾਂਦਾ ਹੁੰਦਾ। ਸੋ ਜੇ ਸੰਸਾਰ ਵਾਲੇ ਪਾਸੇ ਚਿੱਤ ਲੱਗ ਗਿਆ ਅਤੇ ਸੰਸਾਰਕ ਵਸਤਾਂ ਦਾ, ਸੰਸਾਰਕ ਗੱਲਾਂ ਬਾਤਾਂ ਦਾ, ਤਦੇ ਖਬਰਾਂ ਸੁਣਦੇ ਚਸਕੇ ਬਣਦੇ ਨੇ, ਤਦੇ ਹੀ ਖਬਰਾਂ ਸੁਣਦੇ ਸੰਸਾਰਕ ਪਦਾਰਥਾਂ ਦੇ ਚਸਕੇ ਬਣਦੇ ਨੇ। ਕਿਉਂ? ਕਿਉਂਕਿ ਚਿੱਤ ਲੱਗ ਗਿਆ ਸੰਸਾਰ ਦੇ ਵਿੱਚ। ਜਿਨ੍ਹਾਂ ਦਾ ਪਰਮਾਰਥ ਵਿੱਚ ਚਿੱਤ ਲੱਗਿਆ ਹੋਇਆ, ਸੋ ਉਹਨਾਂ ਤੋਂ ਇਹ ਰਸ ਦੂਰ ਹੁੰਦੇ ਨੇ। ਉਹਨਾਂ ਨੂੰ ਬਾਣੀ, ਕੀਰਤਨ, ਕਥਾ, ਸਿਮਰਨ, ਉਹ ਉੱਧਰਲੇ ਪਾਸੇ ਨੂੰ ਚਲੇ ਜਾਂਦੇ। ਚਿੱਤ ਉਹਦੇ ਰਾਜ ਹੋ ਜਾਂਦਾ, ਫਿਰ ਸਤ ਸੰਗਤ ਦਾ ਰਾਜ ਹੁੰਦਾ ਨਾ। ਅਤੇ ਸੋ ਇਸ ਕਰਕੇ ਮਹਾਰਾਜ ਪਾਤਸ਼ਾਹ ਇੱਥੇ ਕਿਰਪਾ ਕਰਦੇ ਨੇ, ਕਹਿੰਦੇ ਸੋ ਭਾਈ ਜਦੋਂ ਗਿਆਨ ਦਾ ਚਾਨਣ ਹੁੰਦਾ ਨਾ, ਫਿਰ ਪਤਾ ਲੱਗ ਜਾਂਦਾ ਕੀ ਸਹੀ ਅਤੇ ਕੀ ਗਲਤ ਹੈ। ਫਿਰ ਸਹੀ ਦੀ ਇਹ ਪਕੜ ਕਰਦਾ ਹੈ। ਰਹਾਓ ਮਿਲੇ ਸੁਆਮੀ ਪ੍ਰੀਤਮ ਆਪਣੇ, ਘਰ ਮੰਦਰ ਸੁਖਦਾਈ। ਜਦੋਂ ਗਿਆਨ ਦਾ ਚਾਨਣ ਹੋਇਆ, ਫਿਰ ਗੁਰੂ ਦੇ ਗਿਆਨ ਦੁਆਰਾ ਅੰਤਰ ਆਤਮੇ ਇਹ ਆਪਣੇ ਸੁਆਮੀ ਪ੍ਰੀਤਮ ਨੂੰ ਮਿਲ ਜਾਂਦਾ। ਘਰ ਮੰਦਰ ਸੁਖਦਾਈ, ਅੰਦਰੋਂ ਅਤੇ ਬਾਹਰੋਂ ਇਹ ਸੌਖਾ ਹੋ ਜਾਂਦਾ। ਘਰ ਮੰਦਰ, ਘਰ ਕੀ ਹੋ ਗਿਆ? ਕਮਰਾ। ਮੰਦਰ ਕੀ ਹੋ ਗਿਆ? ਮਹੱਲ ਸਾਰਾ। ਮੰਦਰ ਕੀ ਹੈ? ਸਰੀਰ। ਘਰ ਕੀ ਹੈ? ਹਿਰਦਾ। ਘਰ ਤਾਂ ਫਿਰ ਹਿੱਸਾ ਹੋ ਗਿਆ ਨਾ। ਘਰ, ਹਿਰਦਾ, ਅੰਦਰ। ਘਰ ਬਾਹਰ ਕਹਿੰਦੇ ਨੇ ਸ਼ਬਦ, ਜਦੋਂ ਅੰਦਰਲੀ ਗੱਲ ਕਰਦੇ ਨੇ ਘਰ ਕਹਿੰਦੇ ਆ, ਅਤੇ ਜਦੋਂ ਬਾਹਰਲੀ ਗੱਲ ਬਾਹਰ ਹੋ ਗਿਆ। ਘਰ ਬਾਹਰ ਤੇਰਾ ਪ੍ਰਭਾਸਾ। ਘਰ ਦਾ ਮਤਲਬ ਹੁੰਦਾ ਹਿਰਦਾ, ਅੰਦਰਲਾ ਸਿਸਟਮ। ਮੰਦਰ ਹੁੰਦਾ ਬਾਹਰ, ਸਰੀਰ ਇਹ ਮੰਦਰ ਹੈ। ਹਰ ਮੰਦਰ ਇਹ ਸਰੀਰ ਹੈ। ਮਹਾਰਾਜ ਨੇ ਮੰਦਰ ਸਰੀਰ ਨੂੰ ਆਖਿਆ ਹੋਇਆ। ਕਹਿੰਦੇ ਘਰ ਮੰਦਰ ਸੁਖਦਾਈ। ਜਦੋਂ ਪਾਰਬ੍ਰਹਮ ਪਰਮੇਸ਼ਰ ਦੇ ਨਾਲ ਮੇਲ ਇਸ ਦਾ ਅੰਤਰ ਆਤਮੇ ਹੁੰਦਾ, ਅਤੇ ਅੰਦਰੋਂ ਵੀ ਅਤੇ ਬਾਹਰੋਂ ਵੀ ਇਹ ਸੌਖਾ ਹੋ ਜਾਂਦਾ ਹੈ। ਇਹਨੂੰ ਸੁੱਖ ਪ੍ਰਾਪਤ ਹੁੰਦਾ ਹੈ। ਹਰ ਨਾਮ ਨਿਦਾਨ ਨਾਨਕ ਜਨ ਪਾਇਆ, ਸਗਲੀ ਇੱਛ ਪੁਜਾਈ। ਫਿਰ ਅੰਦਰੋਂ ਹੀ ਹਿਰਦੇ ਘਰ ਦੇ ਵਿੱਚੋਂ ਹੀ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਇਹ ਪ੍ਰਾਪਤ ਕਰਦਾ ਹੈ। ਸੋ ਜਿੰਨਾ ਚਿਕਰ ਨਾਮ ਦਾ ਖਜ਼ਾਨਾ ਨਹੀਂ, ਉਨਾ ਚਿਕਰ ਇੱਛਾਵਾਂ ਇਹਦੀਆਂ ਵੱਧਦੀਆਂ। ਪੂਰੀ ਕੋਈ ਨਹੀਂ ਹੁੰਦੀ ਇੱਛਾ। ਉਹ ਬੰਦੇ ਨੂੰ ਲੱਗਦਾ ਵੀ ਮੇਰੀ ਆ ਇੱਛਾ ਪੂਰੀ ਹੋ ਗਈ, ਤਸੱਲੀ ਜਿਹੀ ਮਿਲ ਜਾਂਦੀ। ਜੇ ਇੱਛਾ ਪੂਰੀ ਹੋਈ ਹੋਵੇ ਤਾਂ ਫਿਰ ਹੋਰ ਇੱਛਾ ਰਹੇ ਹੀ ਨਾ। ਇੱਕ ਇੱਛਾ ਪੂਰੀ ਹੁੰਦੀ, 10 ਇੱਛਾਵਾਂ ਇਹਦੀਆਂ ਹੋਰ ਖੜ੍ਹ ਜਾਂਦੀਆਂ। ਆਹ ਵੀ ਹੈ ਨਹੀਂ, ਆਹ ਵੀ ਹੈ ਨਹੀਂ। ਜਦੋਂ ਨਾਮ ਦੀ ਮਹਾਰਾਜ ਕਹਿੰਦੇ ਅੰਦਰੋਂ ਅੰਤਰ ਆਤਮੇ ਨੂੰ ਪ੍ਰਾਪਤੀ ਹੁੰਦੀ ਹੈ, ਫਿਰ ਸਗਲੀ ਇੱਛ ਪਜਾਈ। ਇੱਛਾ ਮਹਾਰਾਜ ਕਹਿੰਦੇ ਸਾਰੀਆਂ ਪੂਰਨ ਹੁੰਦੀਆਂ। ਇੱਛਾ ਪੂਰੀ ਸਰਬ ਸੁਖਦਾਤਾ ਹਰ ਜਾ ਕੇ ਵਸੈ ਕਾਮ ਤੇ ਨਾ। ਇਹ ਤੋਂ ਭਾਵ ਹੈ ਇਹਦੀ ਇੱਛਾ ਰਹਿੰਦੀ ਹੋਈ ਕੋਈ ਨਹੀਂ ਹੈ। ਉਹਨੂੰ ਕਹਿੰਦੇ ਇੱਛਾ ਪੂਰੀ ਹੋ ਗਈ। ਪੂਰੀ ਹੋਣ ਤੋਂ ਭਾਵ ਕੀ ਹੈ? ਆਪਾਂ ਕਹਿੰਦੇ ਬੰਦਾ ਪੂਰਾ ਹੋ ਗਿਆ, ਮਰ ਗਿਆ, ਖਤਮ ਹੋ ਗਿਆ। ਇੱਛਾ ਪੂਰੀ ਹੋ ਗਈ, ਇੱਛਾ ਹੀ ਮਰ ਗਈ, ਇੱਛਾ ਰਹੀ ਨਹੀਂ। ਉਹਨੂੰ ਕਿਹਾ ਇੱਛਾ ਪੂਰਨ ਤੋਂ ਭਾਵ ਇਹ ਹੁੰਦਾ ਇੱਛਾ ਰਹੀ ਹੀ ਨਹੀਂ ਹੈ। ਇੱਛਾ ਪੂਰੀ ਹੋ ਗਈ, ਇੱਛਾ ਮਰ ਗਈ, ਖਤਮ ਹੋ ਗਈ। ਇੱਛਾਵਾਂ ਦਾ ਜਿਹੜਾ ਮਰ ਜਾਣਾ, ਇਹਨੂੰ ਹੀ ਮਨ ਦਾ
ਮਰਨ ਆਖਿਆ ਗਿਆ ਹੈ। ਜਿਹੜਾ ਮਨ ਹੈ ਇਛਾਵਾਂ ਦਾ ਹੀ ਸੁਮੇਲ ਹੈ, ਖਿਆਲਾਂ ਦਾ ਹੀ ਸੁਮੇਲ ਹੈ। ਜਦੋਂ ਮਨ ਦੇ ਖਿਆਲਾਤ, ਮਨ ਦੀਆਂ ਇਛਾਵਾਂ ਹੀ ਮਰ ਗਈਆਂ, ਵੀ ਇਛਾਵਾਂ ਪੂਰੀਆਂ ਹੋ ਗਈਆਂ, ਮਤਲਬ ਖਤਮ ਹੋ ਗਈਆਂ। ਜਿੰਨਾ ਚਿਰ ਇਹਦੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ, ਇਛਾਵਾਂ ਜਿਹੜੀਆਂ ਫਿਰ ਇਸ ਨੂੰ ਭਟਕਾਉਂਦੀਆਂ ਆ, ਇਹਦੇ ਮਨ ਦੀ ਸਥਿਰਤਾ ਜਿਹੜੀ ਆ ਉਹ ਬਣਦੀ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਇਹ ਆਪਣੇ ਪ੍ਰੀਤਮ ਨੂੰ ਮਿਲਣ ਦੀ ਕੋਸ਼ਿਸ਼ ਕਰ। ਉਂਝ ਵੀ ਜਦੋਂ ਇਹਨੂੰ ਪਤਾ ਲੱਗ ਜਾਵੇ ਵੀ ਜਿਹੜਾ ਮੇਰਾ ਹੁਣ ਮਿੱਤਰ ਬਣਿਆ ਹੈ ਨਾ, ਸੋ ਉਹ ਬੜਾ ਤਾਕਤਵਰ ਆ। ਮਿੱਤਰ ਤਾਂ ਬਣ ਗਿਆ, ਮਿੱਤਰਤਾ ਜਿਹੜੀ ਹੈ ਸੋ ਉਹਦਾ ਧਨ ਦੌਲਤ ਰੁਤਬਾ ਦੇਖ ਕੇ ਥੋੜ੍ਹੀ ਮਿੱਤਰਤਾ ਕੀਤੀ ਜਾਂਦੀ ਹੈ, ਨਹੀਂ ਕੀਤੀ ਜਾਂਦੀ। ਇਹਦਾ ਵਪਾਰ ਹੁੰਦਾ ਹੈ। ਜੇ ਕੋਈ ਇੱਦਾਂ ਮਿੱਤਰਤਾ ਹੀ ਕਰਦਾ, ਉਹ ਮਿੱਤਰਤਾ ਹੀ ਨਹੀਂ ਹੈ, ਉਹਦਾ ਵਪਾਰ। ਫਿਰ ਕ੍ਰਿਸ਼ਨ ਅਤੇ ਸਦਾਮੇ ਦੀ ਮਿੱਤਰਤਾ ਨਾ ਹੁੰਦੀ, ਫਿਰ ਕ੍ਰਿਸ਼ਨ ਕਿੱਥੇ, ਸਦਾਮਾ ਕਿੱਥੇ, ਨਾ ਕਦੀ ਵੀ ਨਾ ਹੁੰਦੀ। ਜਿਹੜੀ ਮਿੱਤਰਤਾ ਹੁੰਦੀ ਵਿਚਾਰਾਂ ਦੀ ਸਾਂਝ। ਵਿਚਾਰਾਂ ਦੀ ਸਾਂਝ ਵਿੱਚ ਨਾ ਬਾਹਰਲੀ ਕੋਈ ਜਾਤੀ ਹੁੰਦੀ ਹੈ ਅਤੇ ਨਾ ਹੀ ਕੋਈ ਬਾਹਰਲੀ ਅਮੀਰੀ ਅਤੇ ਗਰੀਬੀ ਹੁੰਦੀ ਹੈ, ਅਤੇ ਨਾ ਹੀ ਇਸਤਰੀ ਅਤੇ ਪੁਰਸ਼ ਦੀ ਬਾਤ ਰਹਿ ਜਾਂਦੀ ਹੈ। ਜਿਹਦਾ ਜਿਹੜਾ ਸ਼ਬਦ ਮਿੱਤਰੀ ਤਾਂ ਵਰਤਿਆ ਨਹੀਂ ਵੀ, ਹੁਣ ਔਰਤ ਵਾਸਤੇ ਮਿੱਤਰੀ ਵਰਤਿਆ ਹੋਵੇ, ਨਹੀਂ। ਸ਼ਬਦ ਮਿੱਤਰ ਆ, ਮਿੱਤਰ ਸਾਰਿਆਂ ਵਾਸਤੇ ਇੱਕੋ ਹੀ ਸ਼ਬਦ ਵਰਤਿਆ ਗਿਆ ਹੈ। ਸੋ ਇਛਾਵਾਂ ਜਿਹੜੀਆਂ ਮਿੱਤਰ ਦੀ ਜਦੋਂ ਗੱਲ ਆਉਂਦੀ ਹੈ, ਸੋ ਉਹਦੇ ਵਿੱਚ ਇਹ ਹੈ ਵੀ ਜਿਹੜਾ ਸੁਭਾਅ ਆ, ਵਿਚਾਰ ਹੈ, ਜਦੋਂ ਉਹ ਮਿਲ ਗਏ, ਗੁਣਾਂ ਦੀ ਸਾਂਝ ਹੋ ਗਈ। ਜਿਹੜੇ ਗੁਣ ਨੇ, ਜ਼ਰੂਰੀ ਥੋੜ੍ਹੇ ਅਮੀਰ ਬੰਦੇ ਵਿੱਚ ਇਹ ਗੁਣ ਵਧੀਆ ਹੋਣਗੇ, ਗਰੀਬ ਵਿੱਚ ਉਹਦੇ ਨਾਲ ਵੀ ਵੱਧ ਕੇ ਵਧੀਆ ਹੋ ਸਕਦੇ ਆ। ਜੇ ਗੁਣ ਮਿਲੇ, ਇੱਕ ਅਮੀਰ ਹੈ ਸਿੰਘਾਸਨ 'ਤੇ ਬੈਠਾ, ਦੂਸਰਾ ਝੌਂਪੜੀ 'ਚ ਬੈਠਾ, ਜੇ ਗੁਣ ਮਿਲ ਗਿਆ ਉਹਨਾਂ ਦੀ ਮਿੱਤਰਤਾ ਹੋ ਜਾਣੀ ਹੈ ਜੀ। ਸਾਂਝ ਕੀਜੈ ਗੁਣਾ ਕੇਰੀ ਛੋੜ ਅਵਗੁਣ ਚੱਲਿਆ। ਜੇ ਆਪਾਂ ਕਿਸੇ ਦੇ ਅਮੀਰੀ ਗਰੀਬੀ ਦੇਖਦੇ, ਉਹ ਵਪਾਰ ਆ, ਉਹ ਮਿੱਤਰਤਾ ਹੀ ਨਹੀਂ ਹੈ। ਚਲੋ ਮੈਨੂੰ ਇੱਥੇ ਕੰਮ ਪਊਗਾ, ਇਹਦੇ ਨਾਲ ਨੇੜਤਾ ਕਰੀਏ, ਉਹ ਮਿੱਤਰਤਾ ਨਹੀਂ ਹੈ, ਉਹ ਵਪਾਰ ਹੈ। ਸੋ ਇੱਦਾਂ ਹੀ ਆਪਾਂ ਗੁਰੂ ਦੇ ਨਾਲ ਸੰਬੰਧ ਬਣਾਉਂਦੇ ਹਾਂ। ਗੁਰੂ ਤੋਂ ਬਿਨਾਂ ਸਰਦਾ ਨਹੀਂ, ਵਪਾਰ ਹੋ ਗਿਆ। ਮਤਲਬ ਮੈਂ ਜੋ ਮੰਗਣਾ ਗੁਰੂ ਤੋਂ ਮੰਗਣਾ। ਇੱਕ ਹੁੰਦਾ ਵੀ ਗੁਰੂ ਮੇਰੀ ਜਿੰਦ ਜਾਨ ਹੈ, ਉਹ ਮਿੱਤਰਤਾ ਹੀ ਹੋ ਗਈ, ਉਹ ਮਿੱਤਰਤਾ ਹੋ ਗਈ। ਹੁਣ ਗੁਰੂ ਦੇ ਨਾਲ ਸੰਬੰਧ ਵਪਾਰ ਵਿੱਚ ਜ਼ਿਆਦਾ ਹੈ, ਅਤੇ ਦੂਸਰਾ ਮਿੱਤਰ ਵਾਲਾ ਜਿਹੜਾ ਸੰਬੰਧ ਹੈ, ਜਾਂ ਗੁਰੂ ਨੂੰ ਮਾਂ ਬਾਪ ਸਮਝਣਾ ਹੈ, ਉਹ ਬਹੁਤ ਘੱਟ ਨੇ। ਹੈਗੇ ਉਹ ਵੀ ਹੈ, ਇਹ ਨਹੀਂ ਵੀ ਨਹੀਂ ਹੈ, ਪਰ ਉਹ ਬਹੁਤ ਘੱਟ ਨੇ। ਜਿਨ੍ਹਾਂ 'ਤੇ ਕਿਰਪਾ ਹੁੰਦੀ, ਉਹਨਾਂ ਦਾ ਫਿਰ ਸੰਬੰਧ ਬਣਦਾ ਗੁਰੂ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਨਾਲ ਮਿਲੇ, ਸਵਾਮੀ ਅੰਦਰੋਂ ਮਿਲੇ ਨੇ ਜਿਹੜੇ ਆਪਣੇ ਮਾਲਕ ਦੇ ਨਾਲ, ਉਹਨਾਂ ਦਾ ਘਰੋਂ ਵੀ ਅਤੇ ਬਾਹਰ, ਘਰ ਮੰਦਰ, ਹਿਰਦੇ ਵਿੱਚ ਵੀ ਅਤੇ ਬਾਹਰ ਸਰੀਰਕ ਤੌਰ 'ਤੇ ਵੀ ਸੌਖੇ। ਫਿਰ ਉਹ ਆਪਣੇ ਅੰਦਰੋਂ ਹੀ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰਦੇ ਨੇ, ਅਤੇ ਸਗਲੀ ਇੱਛ ਪੁਜਾਈ। ਉਹਨਾਂ ਨੇ ਇਛਾਵਾਂ ਹੀ ਪੁਜਾਈ ਤੋਂ ਭਾਵ ਹੁੰਦਾ ਪੁਜਾਈ, ਪੁੱਜ ਗਈਆਂ, ਖਤਮ ਹੋ ਗਈਆਂ। ਜਿਹੜੀ ਚੀਜ਼ ਪੁੱਜ ਗਈ ਨਾ, ਉਹਦਾ ਸਫ਼ਰ ਖਤਮ ਹੋ ਗਿਆ। ਆਪਾਂ ਕਹਿੰਦੇ ਮੈਂ ਪੁੱਜ ਗਿਆ ਜੀ, ਮੇਰਾ ਸਫ਼ਰ ਖਤਮ ਹੋ ਗਿਆ। ਮੇਰੀ ਇੱਛਾ ਪੁੱਜ ਗਈ, ਹੁਣ ਇੱਛਾ ਨਹੀਂ ਰਹੀ, ਮਤਲਬ ਉਹ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਗਈ, ਸਫ਼ਰ ਖਤਮ ਹੋ ਗਿਆ। ਜਿਹੜੀ ਚੀਜ਼ ਪੁੱਜ ਜਾਂਦੀ ਉਹਦਾ ਸਫ਼ਰ ਖਤਮ ਹੋ ਜਾਂਦਾ। ਇੱਛਾ ਪੁੱਜ ਜਾਂਦੀ ਹੈ, ਇੱਛਾ ਖਤਮ ਹੋ ਜਾਂਦੀ ਹੈ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋਖਿਓ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਹਿਬਾ ਕਿਆ ਨਾਹੀ ਘਰ ਤੇਰਾ।
ਕਰਦਾ ਤੇਰਾ ਸਭ ਕਿਛ ਹੈ, ਜਿਸ ਦੇ ਸੁਪਾਵੇ ਸਦਾ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਖਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ। ਪੰਜ ਦੂਤ ਦਵਸ ਕੀਤੇ, ਖਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੀ ਨਾਮ, ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭਾ ਉਤਰੇ, ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ, ਪਵਿੱਤ ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਿਤੇ, ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਬੋਲੇ ਕਿਰਪਾ ਮੇਰੇ ਜਿਲ ਦੇ ਠਾਕੁਰ, ਸਗਲ ਤੁਮਰਾ ਤਾਰੀ। ਤੁਮ ਤੇ ਆਗਿਆਕਾਰੀ, ਤੁਮਰੀ ਗਦ ਵਿੱਚ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਅਰਦਾਸ ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਜੀ ਕੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਅਰਥ ਭਗਵਤੀ ਸਿਮਰ ਕਾਇ ਗੁਰਨਾਥ ਮਈ ਧਿਆਏ। ਤਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਰਿਆ। ਜਿਨ੍ਹਾਂ ਗੁਰੂ ਸਿਮਰਨ ਸ਼੍ਰੀ ਹਰਿ। ਸ਼੍ਰੀ ਹਰਿਕ੍ਰਿਸ਼ਨ ਧਿਆਈ ਅਜ ਸੱਚੇ ਸਭ ਧਿਆਏ, ਤੇ ਬਾਤ ਸਿਮਰਿਆ ਨਾਮ ਦਾ ਦਿੱਤਾ। ਸਾਧ ਥਾਈ ਨੂੰ ਸਹਾਇ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਨੂੰ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਕਰਨਾ ਧਿਆਨ। ਬੋਲੋ ਜੀ ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, 40 ਬੰਦਿਆਂ, ਰੱਖੀਆਂ ਚੁੱਕੀਆਂ ਤੁਕੀਆਂ ਸਿੱਖਵਾਨਾਂ, ਜਿਨ੍ਹਾਂ ਤੇਰਾ ਨਾਮ ਜਪਿਆ ਬਣ ਸਕਿਆ। ਦੀਨ ਜਵਾਰੀ ਤੇ ਵਾਰ ਦੀ ਦੇਣ ਦੀ ਅੰਦਰ ਕੀਤਾ। ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤੇ, ਬੰਦ ਬੰਦ ਗੁਰਦੁਆਰੇ ਕੋਪਰੀਆਂ ਬਣਾਈਆਂ, ਚਰਖੀਆਂ ਤੇ ਬੜੇ ਤਨਾਰਿਆਂ ਨਾਲ ਗੁਰਦੁਆਰੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾਂ ਸਵਾਸਾਂ ਨਾਲ ਨਿਭਾਇਆ। ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਨਾਮ ਚਿਤਿਆਵਨ। ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਨ ਜਨ ਖਾਲਸਾ ਜੀ ਸਾਹਿਬ ਦਾ ਕਰਮਚਾਰੀ ਆਏ। ਦੇਖ ਦੇਖ ਫਤਿਹ ਮਿਰਦ ਕੀ ਪੈਰ ਪੰਥ ਕੀ ਜੀ ਸਾਹਿਬ ਦੀ ਸਹਾਇ। ਖਾਲਸਾ ਜੀ ਕੋ ਬੋਲ ਮਾਰੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਹੋਗੇ, ਜੁਗੋ ਜੁਗੋ ਧਰਮ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕੇ ਰੱਖਿਆ। ਇਹ ਨਿਰੰਕਾਰ ਦਾਤਾਰ ਪ੍ਰੀਤ ਮੰਤਰ ਜਮ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਿਹਰ ਕਿਰਪਾ ਦਾ ਸਤਿਕਾਰ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਨੇਮ ਦੀਆਂ ਬਾਣੀਆਂ ਦੇ ਜਾਪ ਹੋਇਆ। ਸਾਡੀ ਦੀਵਾਰ ਦੀ ਕੀਰਤਨ ਸ਼ਬਦ ਦੀ ਵਿਚਾਰਣਾ ਸਾਡੀ ਸ਼ਿਰਪਾਉਣਾ ਦੇ ਕਾਰਨ ਭੁੱਲਾਂ ਚੁੱਕਾਂ ਦੀ ਜਮਾ ਕਰਨੀ। ਬਾਣੀ ਦਾ ਮਹਾਤਮ ਸੰਤਾਂ ਨੂੰ ਬਖਸ਼ਣਾ। ਤੇਰੇ ਪਰਿਵਾਰ ਦੇ ਦਰ ਪ੍ਰਵਾਨ ਕਰਨਾ। ਸਰਬੱਤ ਸੰਤਾਂ ਦੀ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਬਖਸ਼ੀਆਂ ਦਾਤਾਂ ਚੁਕੜਾ ਪ੍ਰਸ਼ਾਦੀ ਦੀ ਕਹਾਂ ਜਣੀ ਕਰੀ। ਖਾਲਸਾ ਸੋਚ ਸ਼ਹੀਦ ਪ੍ਰਸ਼ਾਦ ਸੰਤਾਂ ਵਿੱਚ ਵਰਤੇ। ਜੋ ਵੀ ਸਕਿਆ ਆਪਣਾ ਨਾਮ ਜਪੇ, ਪਾਵਨ ਹੁਕਮ ਬਖਸ਼ੋ ਸੰਤਾਂ ਨੂੰ ਹਾਥ ਕਰੋ ਜੀ। ਸਹੀ ਪਿਆਰੀ ਮਿਲਣ ਜਨਮ ਦੇ ਨਾਮ ਚਿਤੇ ਆਵੇ। ਨਾਮ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ।
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋ ਕਹੁ ਟਲ ਗੁਰ ਸੇਵੀਆ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟਿਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਆ। ਵਾਹਿਗੁਰੂ ਜੀ। ਸ਼ਲੋਕ। ਦਇਆ ਕਰਣੰ ਦੁਖ ਹਰਣੰ, ਉਚਰਣੰ ਨਾਮ ਕੀਰਤਨ ਹੈ। ਦਇਆ ਕਰਣੰ ਦੁਖ ਹਰਣੰ, ਉਚਰਣੰ ਨਾਮ ਕੀਰਤਨ ਹੈ। ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ। ਪਾਏ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ। ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਪੌੜੀ। ਜਾ ਪ੍ਰਭ ਭੈ ਦਿਆਲ, ਨਾ ਵਿਆਪੈ ਮਾਇਆ। ਕੋਟ ਅਗਾਗੈ ਨਾਸ, ਹਰ ਇਕ ਧਿਆਇਆ। ਨਿਰਮਲ ਵੈ ਸਰੀਰ, ਜਨ ਧੂਰੀ ਨਹਾਇਆ। ਮਨ ਤਨ ਭੈ ਸੰਤੋਖ, ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ, ਕੁਲ ਸਵਾਇਆ। ਤਰੇ ਕੁਟੰਬ ਸੰਗ ਲੋਗ, ਕੁਲ ਸਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।